ਮਾਇਆ ਮੋਹ ਭਰਮ ਭਉ ਕਟੈ, ਸੰਤ ਸਰਣ ਜੋ ਆਵੈ। ਜੇਹਾ ਮਨੋਰਥ ਕਰ ਆਰਾਧੇ, ਸੋ ਸੰਤਨ ਤੇ ਪਾਵੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਨ, ਪਰਤਾਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਨ, ਪਰਤਾਖ ਗੁਰੂ ਨਿਸਤਾਰੇ। ਪਰਮ ਸਨਮਾਨਯੋਗ ਗੁਰਤਾ ਗੱਦੀ ਤੇ ਸੁਭਾਏਮਾਨ ਚਵਰ ਛਤਰ ਤਖ਼ਤ ਜੀ ਦੇ ਮਾਲਕ, ਯਹਰਾਜ ਹੂਰ ਹਾਜਰਾ ਹਜੂਰ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਧੰਨ 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 ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਤਿਗੁਰਾਂ ਦੇ ਦਰੋਂ ਘਰੋਂ ਵਾਰਸ ਆਏ ਹੋਏ ਬ੍ਰਹਮ ਗਿਆਨੀ ਸੇਵਾ ਤੇ ਸਿਮਰਨ ਦੇ ਪੁੰਜ, ਸਮੁੱਚਾ ਜੀਵਨ ਗੁਰੂ ਲੇਖੇ ਲਾਉਣ ਵਾਲੇ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਦੇ ਪਾਵਨ ਅਸਥਾਨਾਂ ਤੇ ਜਿਨ੍ਹਾਂ ਦੀ ਯਾਦ ਵਿੱਚ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਤੇ ਦੂਸਰੇ ਦਿਨ ਤੇ ਸਜਾਏ ਗਏ ਸੁੰਦਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਸਤਿਕਾਰ ਸਹਿਤ ਗੁਰ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੇ ਕੀਰਤਨੀਏ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ, ਹਾਜ਼ੂਰੀ ਰਾਗੀ ਜਥਾ ਗੁਰਦੁਆਰਾ ਬਾਬਾ ਭਾਈ ਝਾੜੂ ਸਾਹਿਬ ਜੀ, ਬੜੇ ਪਿਆਰ ਦੇ ਨਾਲ ਬੜੀਆਂ ਸੁਰੀਲੀਆਂ ਆਵਾਜ਼ਾਂ ਦੇ ਵਿੱਚ ਗੁਰਬਾਣੀ ਕੀਰਤਨ ਆਪਾਂ ਨੂੰ ਸਰਵਣ ਕਰਵਾ ਕਰਕੇ ਗਏ ਨੇ। ਉਹਨਾਂ ਨੇ ਅਖੀਰ ਵਿੱਚ ਸ਼ਬਦ ਪੜ੍ਹਿਆ ਸੀ, ਉਚਰਾਹੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਵਹੁ ਪ੍ਰਭ ਪਿਆਰੀ। ਇਹ ਸ਼ਬਦ ਸਾਨੂੰ ਇੱਕ ਸੰਕੇਤ ਦਿੰਦਾ ਹੈ ਕਿ ਰੱਬ ਦੇ ਪਿਆਰੇ ਪਰਮੇਸ਼ਰ ਦਾ ਨਾਮ ਜਪ ਕਰਕੇ ਤ੍ਰਿਪਤ ਨਹੀਂ ਹੁੰਦੇ। ਉਹ ਕਹਿੰਦੇ ਹੋਰ ਜਪੀਏ, ਹੋਰ ਜਪੀਏ, ਲੱਖਾਂ ਵਾਰ ਜਪੀਏ, ਹਜ਼ਾਰਾਂ ਵਾਰ ਜਪੀਏ। ਸਤਿਗੁਰਾਂ ਨੇ ਤੇ ਇੱਥੋਂ ਤੱਕ ਵੀ ਬਚਨ ਕੀਤੇ ਨੇ, ਇੱਕ ਦੂ ਜੀਭਾਓ ਲੱਖ ਆਵੇ, ਲੱਖਾਂ ਤੋਂ ਅੱਗੇ ਕਈ ਲੱਖਾਂ ਬਣ ਜਾਣ
ਤੇ ਇੱਕ ਇੱਕ ਜ਼ਬਾਨ ਤੋਂ ਲੱਖ ਲੱਖ ਵਾਰ ਵਾਹਿਗੁਰੂ ਦਾ ਨਾਮ ਆਖੀਏ ਤੇ ਤਾਂ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਲਾਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਤੇਰਾ ਰਾਮ। ਲੱਖਾਂ ਜ਼ਬਾਨਾਂ ਦੇ ਦਿਓ ਕਿ ਮੇਰਾ ਮੁਖ ਤੁਹਾਨੂੰ ਜਪਦਾ ਰਹੇ। ਰੱਬ ਦੇ ਪਿਆਰਿਆਂ ਦੀ ਮਨਸਾ ਬਾਬਾ ਨਾਮਦੇਵ ਜੀ ਕਹਿੰਦੇ ਨੇ, ਜਿਉ ਕਾਮੀ ਪੁਰਖ ਕਾਮਨੀ ਪਿਆਰੀ, ਤਿਉ ਨਾਮੇ ਪ੍ਰੀਤ ਮੁਰਾਰੀ। ਜਿਵੇਂ ਕਹਿੰਦੇ ਵਿਸ਼ਈ ਬੰਦਾ ਵਿਸ਼ੇ ਭੋਗ ਕਰਕੇ ਰੱਜਦਾ ਨਹੀਂ, ਤਿਵੇਂ ਰੱਬ ਦਾ ਪਿਆਰਾ ਰੱਬ ਦਾ ਨਾਮ ਜਪ ਕਰਕੇ ਰੱਜਦਾ ਨਹੀਂ। ਉਹ ਲੱਖਾਂ ਵਾਰ ਉਚਾਰਦਾ ਹੈ, ਉਹਦੇ ਨਾਮ ਨੂੰ ਜਪਦਾ ਹੈ ਤੇ ਐਸੀ ਬਖਸ਼ਿਸ਼ ਉਹਦੇ ਤੇ ਹੁੰਦੀ ਹੈ, ਰਹਿਮਤ ਉਹਦੇ ਤੇ ਹੁੰਦੀ ਹੈ। ਮੈਨੂੰ ਇੱਥੇ ਘਟਨਾ ਚੇਤੇ ਆ ਗਈ, ਤੁਹਾਨੂੰ ਮੈਂ ਸਰਵਣ ਕਰਵਾ ਦੇਵਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁੰਦਾ ਆਇਆ, ਕਹਿਣ ਲੱਗਾ ਭਾਈ ਸਾਹਿਬ ਨੂੰ ਕਿ ਤੂੰ ਰੋਜ਼ ਰੱਬ ਨੂੰ ਵਾਰ-ਵਾਰ ਜਪੀ ਜਾਣਾ, ਕੀ ਤੁਹਾਡਾ ਰੱਬ ਥੱਕਦਾ ਨਹੀਂ, ਦੁਖੀ ਨਹੀਂ ਹੁੰਦਾ? ਕੰਮ ਕਰਾਉਣਾ ਹੋਵੇ ਬੰਦੇ ਨੂੰ, ਇੱਕ ਵਾਰ ਕਹਿ ਲਈਏ, ਦੋ ਵਾਰ ਕਹਿ ਲਈਏ, ਰੋਜ਼ ਥੋੜਾ, ਰੋਜ਼ ਤੁਸੀਂ ਤਾਂ ਤੰਗ ਕਰਦੇ ਰਹਿੰਦੇ ਰੱਬ ਨੂੰ। ਤਾਂ ਕੀ ਤੁਹਾਡਾ ਰੱਬ ਅੱਕਦਾ ਥੱਕਦਾ ਨਹੀਂ? ਲੈਟਰਿੰਗ ਬਾਥਰੂਮ ਦੀ ਰੋਜ਼ਾਨਾ ਹੁੰਦੀ। ਸੁਤੇ ਸੰਡ ਲੋਭ ਅਪਮਾਨ ਸਿਉ ਝਾੜਿਆ। ਕਹਿੰਦੇ ਮੋਹ ਰੂਪੀ ਪਹਿਲਵਾਨ ਜਿਹੜਾ ਕਿਸੇ ਤੋਂ ਡਿੱਗਾ ਨਹੀਂ, ਭੱਟ ਕਹਿੰਦੇ ਧੰਨ ਗੁਰੂ ਰਾਮਦਾਸ ਉਹਨੂੰ ਤੁਸੀਂ ਡਿੱਗਿਆ, ਉਹਨੂੰ ਬੇਵੱਸ ਕਰ ਦਿੱਤਾ, ਉਹਦਾ ਤੁਹਾਡੇ ਅੱਗੇ ਜ਼ੋਰ ਨਹੀਂ ਚੱਲਦਾ। ਮੋਹ ਦੇ ਅੱਗੇ ਵੱਡੇ ਵੱਡੇ ਡਿੱਗੇ, ਅਰਜਨ ਵਰਗੇ ਡਿੱਗ ਗਏ। ਮੋਹ ਦੇ ਅੱਗੇ ਦਸ਼ਰਥ ਰਾਜਾ ਡਿੱਗ ਪਿਆ। ਮੋਹ ਨੂੰ ਜਿੱਤਣਾ ਕੋਈ ਸੌਖਾ ਜਿਹਾ ਕਰਮ ਨਹੀਂ। ਜਦੋਂ ਰਾਮਚੰਦਰ ਜੀ ਬਨਵਾਸ ਜਾਂਦੇ ਨਾ ਤੇ ਦਸ਼ਰਥ ਰਾਜਾ ਮਹਿਲਾਂ ਤੇ ਚੜ ਕੇ ਆਪਣੇ ਪੁੱਤਰ ਨੂੰ ਵੇਖਦਾ, ਪਤਾ ਹੈ 14 ਸਾਲਾਂ ਨੂੰ ਵਾਪਸ ਵੀ ਆ ਜਾਣਾ ਹੈ, ਪਰ ਮੋਹ ਐਸਾ ਹੈ ਜਿੰਨਾ ਚਿਰ ਦਿਸਦਾ ਰਿਹਾ, ਦੇਖਦਾ ਰਿਹਾ। ਜਦੋਂ ਰਾਮਚੰਦਰ ਜੀ ਦਿਸਣੋਂ ਹਟ ਗਏ, ਮਹਿਲਾਂ ਤੋਂ ਛਾਲ ਮਾਰ ਕਰਕੇ ਆਤਮ ਹੱਤਿਆ ਕਰ ਲਈ, ਖੁਦਕੁਸ਼ੀ ਕਰ ਲਈ ਸੀ ਦਸ਼ਰਥ ਰਾਜੇ ਨੇ। ਹਾਲਾਂਕਿ ਪਤਾ ਮੁੜ ਵੀ ਆਉਣਾ ਹੈ, ਪਰ ਮੋਹ ਨੂੰ ਜਿੱਤਣਾ ਬੜਾ ਔਖਾ ਹੈ। ਪਰ ਭੱਟ ਕਹਿੰਦੇ ਮੋਹ ਮਲ ਬੇਵੱਸ ਕੀਓ। ਇਹ ਧੰਨ ਗੁਰੂ ਰਾਮਦਾਸ ਜੀ, ਤੁਸੀਂ ਮੋਹ ਰੂਪੀ ਮਲ ਨੂੰ, ਪਹਿਲਵਾਨ ਨੂੰ ਬੇਵੱਸ ਕਰ ਦਿੱਤਾ, ਉਹਦਾ ਜ਼ੋਰ ਨਹੀਂ ਤੁਹਾਡੇ ਤੇ ਚੱਲਿਆ। ਕਾਮ ਗਹਿ ਕੇਸ ਪਛਾੜਿਓ। ਕਾਮ ਨੇ ਬ੍ਰਹਮਾ ਨਹੀਂ ਛੱਡਿਆ, ਸ਼ਿਵ ਨਹੀਂ ਛੱਡਿਆ, ਵਿਸ਼ਨੂੰ ਨਹੀਂ ਛੱਡਿਆ, ਇੰਦਰ ਨਹੀਂ ਛੱਡਿਆ। ਕਿੰਨਿਆਂ ਦਾ ਜ਼ਿਕਰ ਕਰੀਏ? ਗੁਰਬਾਣੀ ਚ ਆਉਂਦਾ, ਭਾਈ ਗੁਰਦਾਸ ਜੀ ਨੇ ਲਿਖਿਆ, ਬ੍ਰਹਮਾ ਸਭ ਤੋਂ ਵੱਡਾ ਦੇਵਤਾ ਮੰਨਿਆ ਗਿਆ। ਭਾਈ ਗੁਰਦਾਸ ਜੀ ਲਿਖਦੇ ਨੇ, ਚਾਰੇ ਵੇਦ ਬਖਾੜਨ ਦਾ ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ ਦੇਖ ਸਰੁਸਤੀ ਰੂਪ ਲਵਾਣਾ। ਜਿਹੜਾ ਲੋਕਾਂ ਨੂੰ ਸਮਝਾਉਂਦਾ ਸੀ, ਆਪਣੀ ਧੀ ਦੇ ਰੂਪ ਤੇ ਡੋਲ ਗਿਆ। ਭਾਈ ਗੁਰਦਾਸ ਜੀ ਨੇ ਲਿਖਿਆ, ਧਿਆਨ ਦੇਣ ਵਾਲਾ ਬਚਨ। ਵੱਡੇ ਵੱਡੇ ਦੇਵਤੇ ਰਿਖੀ ਮੁਨੀ ਜਿਹਦੇ ਕੋਲੋਂ ਨਹੀਂ ਬਚੇ, ਮੁਹੰਮਦ ਸਾਹਿਬ ਵਰਗੇ ਨਹੀਂ ਜੀ ਤੂੰ ਬਚ ਸਕੇ। ਸਮਾਂ ਨਹੀਂ ਮੈਂ ਉਹਨੂੰ ਵਿਸਥਾਰ ਦੇਵਾਂ, ਲਿਖਤਾ ਹੈ, ਯਾਦ ਵੀ ਹੈ, ਪਰ ਸਮੇਂ ਦੀ ਸੀਮਾ ਦੇ ਨਾਲ ਮੈਂ ਬੋਲ ਨਹੀਂ ਸਕਦਾ। ਪਰ ਉਸ ਕਾਮ ਨੂੰ, ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕਾਮ ਗਹਿ ਕੇਸ ਪਛਾੜਿਓ। ਤੁਸੀਂ ਕੇਸਾਂ ਤੋਂ, ਵਾਲਾਂ ਤੋਂ ਫੜ ਕੇ ਧੂ ਕੇ ਬਾਹਰ ਸੁੱਟ ਦਿੱਤਾ, ਤੁਹਾਡੇ ਲਾਗੇ ਨਹੀਂ ਆਉਂਦਾ ਉਹ ਕਾਮ। ਕ੍ਰੋਧ ਖੰਡ ਪ੍ਰਚੰਡ, ਜਿਹੜਾ ਕ੍ਰੋਧ ਸੀ ਨਾ ਬੜਾ ਤੇਜ, ਜਿਹਦੇ ਅੱਗੇ ਵੱਡੇ ਵੱਡੇ ਡਿੱਗ ਪੈਂਦੇ। ਕ੍ਰੋਧ ਨੇ ਘਰਾਂ ਦੇ ਘਰ, ਬੰਸ ਦੀਆਂ ਬੰਸਾਂ ਖਤਮ ਕਰ ਦਿੱਤੀਆਂ ਇਸ ਕ੍ਰੋਧ ਨੇ। ਪਰ ਉਸ ਕ੍ਰੋਧ ਨੂੰ, ਖੰਡ ਦਾ ਅਰਥ ਟੁਕੜੇ ਟੁਕੜੇ ਕਰਕੇ ਤੁਸੀਂ ਸੁੱਟ ਦਿੱਤਾ। ਲੋਭ ਅਪਮਾਨ ਸਿਉ ਝਾੜਿਆ। ਜਿਹੜਾ ਲੋਭ ਸੀ, ਵੱਡੇ ਭਾਈ ਭਾਨੇ ਨੇ ਜਿੱਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਨੇ ਜਿੱਤੇ। ਪੰਜਾਂ ਵਕਾਰਾਂ ਨੂੰ ਜਿੱਤਿਆ ਹੋਇਆ ਸੀ। ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਇਹ ਜਿਹੜੇ ਪੰਜ ਚੋਰ ਨੇ, ਇਹਨਾਂ ਤੋਂ ਬਚਣ ਵਾਸਤੇ ਰੋਜ਼ਾਨਾ ਸਾਨੂੰ ਗੁਰੂ ਨੂੰ ਚੇਤੇ ਕਰਨਾ ਪੈਂਦਾ, ਵਾਹਿਗੁਰੂ ਨੂੰ ਚੇਤੇ ਕਰਨਾ ਪੈਂਦਾ। ਜਦੋਂ ਉਹਦਾ ਨਾਂ ਲਈ ਜਾਂਦੇ ਆ, ਫਿਰ ਇਹਨਾਂ ਪੰਜਾਂ ਦਾ ਜ਼ੋਰ ਨਹੀਂ ਪੈਂਦਾ। ਇੱਥੇ ਘਟਨਾ ਵਿਦਵਾਨਾਂ ਨੇ ਹੋਰ ਵੀ ਲਿਖੀ ਹੈ, ਰੋਜ਼ ਨਾਮ ਕਿਉਂ ਜਪਣਾ ਹੈ, ਰੋਜ਼ ਬਾਣੀ ਕਿਉਂ ਪੜ੍ਹਨੀ। 1 ਮਿੰਟ ਦੀ ਤੁਹਾਨੂੰ ਸੁਣਾ ਵੀ ਦੇਵਾਂ।
ਇੱਕ ਸਾਧੂ ਮਹਾਤਮਾ ਸਨ, ਉਹਨਾਂ ਦੇ ਕੋਲ ਰੋਜ਼ ਹੀ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ, ਰੋਜ਼ ਹੀ ਸੇਵਾ ਦੀ ਗੱਲ ਕਰੀ ਜਾਂਦੇ, ਇੱਕੋ ਹੀ ਗੱਲ। ਅੱਜ ਵੀ ਬੜੇ ਲੋਕ ਕਹਿੰਦੇ ਇਹਦੀ ਕੀ ਲੋੜ ਹੈ, ਇੱਕ ਵਾਰ ਜਪ ਲਿਆ ਹੈ। ਆਮ ਲੋਕ ਇਹਨੂੰ ਪ੍ਰਮਾਣ ਦਿੰਦੇ ਆ, ਜਿਵੇਂ ਪਿਓ ਕੋਲੋਂ ਕੋਈ ਚੀਜ਼ ਮੰਗਣੀ ਹੋਵੇ ਤਾਂ ਉਹਨੂੰ ਸਿੱਧਾ ਕਹੀਦਾ ਪਾਪਾ ਆਹ ਚੀਜ਼ ਲੈਣੀ ਹੈ, ਸਿਮਰਨ ਥੋੜਾ ਕਰੀਦਾ, ਪ੍ਰਮਾਣ ਦੇਣਗੇ ਦੁਨਿਆਵੀ। ਹੁਣ ਜਿਹੜਾ ਸਾਡਾ ਪਾਪਾ ਹੈ, ਜਿਹਨੂੰ ਡੈਡੀ ਜਾਂ ਪਾਪਾ ਜਾਂ ਭਾਪਾ ਜਾਂ ਕਈ ਸ਼ਬਦਾਂ ਵਿੱਚ ਅਸੀਂ ਪਿਤਾ ਜੀ ਕਹਿੰਦੇ ਹਾਂ, ਜਾਂ ਕਈ ਰੂਪ ਬਦਲਦੇ ਵੱਖਰੇ ਵੱਖਰੇ ਨਾਂ, ਧਿਆਨ ਦੇਣਾ ਉਹ ਤੇ ਇੱਕ ਦੋ ਜਾਂ ਚਾਹੁੰਦਾ ਹੋਊਗਾ, ਪਰ ਜਿਹੜਾ ਉਹ ਪਰਮੇਸ਼ਰ ਹੈ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਹੈ, ਉਹਨੂੰ ਤਾਂ ਪਤਾ ਹੀ ਨਹੀਂ ਕਿੰਨੇ ਕੁ ਆਵਾਜ਼ਾਂ ਮਾਰਨ ਵਾਲੇ। ਸਮਾਂ ਵਾਰੀ ਨਾਲ ਹੀ ਆਉਣਾ ਨਾ, ਆਵਾਜ਼ਾਂ ਮਾਰਦਿਆਂ ਮਾਰਦਿਆਂ ਕਿਸੇ ਦੀ ਵਾਰੀ ਲੰਘ ਵੀ ਸਕਦੀ ਹੈ, ਜਿਹਨੇ ਨਹੀਂ ਆਵਾਜ਼ ਮਾਰੀ। ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾਂ ਭੌਕੇ ਹਾਕਾੜਾ ਜੀ, ਅਨੇਕਾਂ ਬਚਨ ਨੇ, ਰੋਜ਼ਾਨਾ ਰਾਤ ਵੀ ਪੜ੍ਹਦੇ ਹਾਂ। ਬਹੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਉਹਦੇ ਇੱਕ ਦੋ ਬੱਚੇ ਥੋੜਾ ਹੈ, ਸਾਰੀ ਸ੍ਰਿਸ਼ਟੀ ਦਾ ਪਿਤਾ ਹੋ, ਸਾਰੀ ਸ੍ਰਿਸ਼ਟੀ ਨੂੰ ਪਾਲਣ ਆ ਰਿਹਾ। ਇੱਕ ਅੱਧਾ ਬੱਚਾ ਆਵਾਜ਼ ਮਾਰੇ, ਹੁਣ ਘਰ 'ਚ ਦੋ ਜਾਂ ਤਿੰਨ ਉਹ ਤਾਂ ਸੁਣੀ ਜਾਂਦੀ ਹੈ, ਪਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਪਿਤਾ ਹੈ, ਉਹਨੂੰ ਆਵਾਜ਼ਾਂ ਮਾਰਨ ਵਾਲਾ ਇੱਕ ਨਹੀਂ, ਪਤਾ ਨਹੀਂ ਕਿੰਨੇ ਕੁ ਉਹਨੂੰ ਸੱਦਣ ਵਾਲੇ। ਤੇ ਸਮੇਂ ਨਾਲ ਹੀ ਹੈ, ਜਿਹੜਾ ਜਪਦਾ ਹੈ ਆਵਾਜ਼ਾਂ ਮਾਰੀ ਜਾਂਦਾ ਹੈ, ਜਿਹਨੂੰ ਵਾਰੀ ਮਿਲ ਗਈ ਉਹਦੇ ਤੇ ਕਿਰਪਾ ਹੋ ਜਾਂਦੀ ਹੈ, ਉਹਦੇ ਤੇ ਬਖਸ਼ਿਸ਼ ਹੋ ਜਾਂਦੀ ਹੈ। ਕਰਕੇ ਵਿਖਾਇਆ। ਸਾਧੂ ਕਹਿਣ ਲੱਗਾ ਵੀ ਆਪਾਂ ਨਾ ਕੱਲ ਨੂੰ ਕਿਤੇ ਜਾਣਾ ਹੈ ਤੇ ਤੁਸੀਂ ਮੇਰੇ ਨਾਲ ਚੱਲੋ, ਆ ਕੇ ਤੇਰੇ ਸਵਾਲ ਦਾ ਜਵਾਬ ਵੀ ਦੇ ਦੇਵਾਂਗੇ ਕਿ ਰੋਜ਼ ਸਿਮਰਨ ਕਰਨ ਦਾ ਲਾਭ ਕੀ ਹੈ। ਚੱਲ ਪਏ। ਸਾਧੂ ਨੂੰ ਕੋਈ ਹਫ਼ਤਾ ਡੇਢ ਹਫ਼ਤਾ ਟਾਈਮ ਲੱਗ ਗਿਆ। ਹਫ਼ਤੇ ਡੇਢ ਹਫ਼ਤੇ ਬਾਅਦ ਜਦੋਂ ਡੇਰੇ ਵਿੱਚ ਵਾਪਸ ਆਏ, ਆਉਂਦਿਆਂ ਨੂੰ ਹੁਣ ਉੱਥੇ ਗੰਦ ਪਿਆ, ਪੱਤੇ ਹੀ ਪੱਤੇ ਖਿਲਰੇ ਪਏ। ਤੇ ਜਿਹੜਾ ਨਾਲ ਸੇਵਕ ਗਿਆ ਸੀ ਉਹਨੇ ਆਉਂਦਿਆਂ ਸਭ ਤੋਂ ਪਹਿਲਾਂ ਝਾੜੂ ਫੜਿਆ ਤੇ ਗੰਦ ਹੁੰਜਣ ਲੱਗ ਪਿਆ। ਮਹਾਂਪੁਰ ਕਹਿਣ ਲੱਗੇ ਝਾੜੂ ਕਾਹਦੇ ਲਈ ਫੜਦੇ, ਛੱਡ ਖੜਾ, ਸਫਾਈ ਕਰਨ ਦੀ ਕੀ ਲੋੜ ਹੈ। ਕਹਿਣ ਲੱਗਾ ਜੀ ਵੇਖੋ ਮਹਾਂਪੁਰਖੋ, ਆਪਾਂ ਨੂੰ ਹਫ਼ਤਾ ਡੇਢ ਹਫ਼ਤਾ ਹੋ ਗਿਆ ਤੇ ਆਪਾਂ ਰੋਜ਼ ਸਫਾਈ ਨਹੀਂ ਕੀਤੀ, ਤੇ ਵੇਖੋ ਗੰਦ ਪੈ ਗਿਆ ਜੀ ਗੰਦ, ਤੇ ਜੇ ਝਾੜੂ ਨਾ ਮਾਰਿਆ ਤੇ ਇੱਥੇ ਬਹਿਣ ਨੂੰ ਜੀ ਨਹੀਂ ਕਰਨਾ। ਮਹਾਂਪੁਰ ਕਹਿਣ ਲੱਗਾ ਚਲਾ ਗਿਆ। ਵਿਦਵਾਨ ਤਾਂ ਇੱਥੋਂ ਤੱਕ ਲਿਖਦੇ ਨੇ ਕਿ ਉਸ ਨਾਸਤਕ ਨੇ ਭਾਈ ਭਾਨੇ ਦੇ ਮੁਖ ਤੇ ਚਪੇੜ ਮਾਰੀ ਜ਼ੋਰ ਨਾਲ। ਕਹਿਣ ਲੱਗੇ ਐਵੇਂ ਝੂਠ ਬੋਲੀ ਜਾਂਦਾ, ਕੁਫਰ ਤੋਲੀ ਜਾਂਦਾ, ਪਖੰਡ ਕਰੀ ਜਾਂਦਾ। ਪਰ ਕਹਿੰਦੇ ਭਾਈ ਭਾਨੇ ਨੂੰ ਗੁੱਸਾ ਮਾਸਾ ਨਹੀਂ ਆਇਆ, ਕਿਉਂਕਿ 5 ਵਿਕਾਰ ਜਿੱਤੇ ਹੋਏ ਸੀ, ਬੜਾ ਔਖਾ ਕਹਿ ਦੇਣਾ ਸੌਖਾ। ਗੁੱਸਾ ਮਾਸਾ ਨਹੀਂ ਆਇਆ, ਮੁਸਕਰਾ ਕੇ ਕਹਿੰਦੇ ਸੱਜਣਾ ਕੋਈ ਗੱਲ ਨਹੀਂ, ਸਮਾਂ ਆਵੇਗਾ ਤੂੰ ਮੰਨੇਗਾ। ਅੱਜ ਤੇਰੀ ਬੁੱਧੀ ਉਲਟ ਹੈ, ਰੱਬ ਦੀ ਖੇਡ ਦਾ ਪਤਾ ਨਹੀਂ ਉਹਨੇ ਕਦੋਂ ਮੱਤ ਟਿਕਾਣੇ ਲੈ ਆਉਣੀ ਹੈ। ਸਮਾਂ ਪਾ ਕਰਕੇ ਐਸਾ ਸਮਾਂ ਆਇਆ ਕਿ ਉਹ ਜਿਹੜਾ ਨਾਸਤਕ ਬੰਦਾ ਸੀ ਉਹਨੂੰ ਕੋਹੜ ਦਾ ਰੋਗ ਹੋ ਗਿਆ। ਜਦੋਂ ਕੋਹੜ ਦਾ ਰੋਗ ਹੋ ਗਿਆ ਤੇ ਘਰ ਵਾਲਿਆਂ ਵੀ ਘਰੋਂ ਬਾਹਰ ਕੱਢ ਦਿੱਤਾ ਕਿ ਦੂਜਿਆਂ ਨੂੰ ਵੀ ਜੀਆਂ ਨੂੰ ਕੋਹੜ ਨਾ ਹੋ ਜਾਵੇ। ਲੋਕਾਂ ਨੇ ਵੀ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਪੁਰਾਣੇ ਸਮੇਂ ਦੇ ਵਿੱਚ ਜਿਹੜਾ ਕੋਹੜ ਦਾ ਰੋਗ ਸੀ ਨਾ, ਉਹਨੂੰ ਲਾ ਇਲਾਜ ਬਿਮਾਰੀ ਕਿਹਾ ਜਾਂਦਾ ਸੀ, ਜਿਹਦਾ ਇਲਾਜ ਨਹੀਂ ਸੀ ਹੈਗਾ। ਧਿਆਨ ਦੇਣ ਵਾਲਾ ਬਚਨ ਹੈ। ਹੁਣ ਘਰਦਿਆਂ ਨੇ ਬਾਹਰ ਕੱਢ ਦਿੱਤਾ, ਲੋਕ ਨਫ਼ਰਤ ਕਰਨ ਲੱਗ ਪਏ। ਮੱਖੀਆਂ ਭਿਣਕਦੀਆਂ ਰਹਿੰਦੀਆਂ, ਪਾਕ ਵਗਦੀ ਰਹਿੰਦੀ ਹਰ ਵਕਤ, ਰਾਤ ਦਿਨ ਦਰਦ ਨਾ ਕਰਲਾਉਂਦਾ ਏ। ਕਹਿੰਦੇ ਨੇ ਉੱਥੋਂ ਤੁਰਦਾ ਤੁਰਦਾ ਕਿਤੇ ਉਧਰ ਆ ਗਿਆ ਜਿੱਧਰ ਭਾਈ ਨੂੰ ਨਾਲ ਲੈ ਕਰਕੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਭਾਈ ਭਾਨਾ ਪਹੁੰਚਿਆ। ਆ ਕਰਕੇ ਮੱਥਾ ਟੇਕਿਆ। ਉਸ ਬੰਦੇ ਨੇ ਵੀ ਨਾਲ ਮੱਥਾ ਟੇਕਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਠ ਕੇ ਸਿੰਘਾਸਨ ਤੋਂ ਭਾਈ ਭਾਨੇ ਨੂੰ ਗਲੇ ਨਾਲ ਲਾ ਕੇ ਕਹਿੰਦੇ ਭਾਈ ਭਾਨਾ ਤੂੰ ਧੰਨ ਹੈ, ਤੇਰੇ ਤੇ ਗੁਰੂ ਨਾਨਕ ਦੀ ਕਿਰਪਾ ਹੈ, ਤੂੰ ਗੁਰੂ ਨਾਨਕ ਦੀ ਸਿੱਖੀ ਨੂੰ ਸਮਝਿਆ ਹੈ। ਅੱਜ ਤੂੰ ਆਪ ਤਰ ਗਿਆ ਹੈ ਤੇ ਹੋਰਨਾਂ ਨੂੰ ਵੀ ਤਾਰਦਾ ਪਿਆ ਹੈ।
ਉਸ ਵੇਲੇ ਉਹ ਨਾਸਤਕ ਵੀ ਗੁਰੂ ਕਾ ਸਿੱਖ ਬਣਿਆ ਤੇ ਉਹਦਾ ਵੀ ਭਲਾ ਹੋਇਆ। ਭਾਈ ਭਾਨਾ ਜੀ ਸਤਿਗੁਰੂ ਪਾਤਸ਼ਾਹ ਜੀ ਦੀ ਪਹਿਲੀ ਜੰਗ ਜਿਹੜੀ ਅੰਮ੍ਰਿਤਸਰ ਹੋਈ ਹੈ ਲੋਹਗੜ੍ਹ ਦੇ ਵਿੱਚ, ਉੱਥੇ ਜੰਗ ਵਿੱਚ ਜੂਝਦਿਆਂ ਹੋਇਆਂ ਭਾਈ ਭਾਨੇ ਨੇ ਸ਼ਹੀਦੀ ਪਾਈ। ਧਿਆਨ ਦੇਣ ਵਾਲਾ ਬਚਨ, ਪਰਮੇਸ਼ਰ ਦਾ ਨਾਮ ਜਿਹੜਾ ਹੈ ਵੈਸੇ ਦੀ ਗਿਣਤੀ ਮਿਣਤੀ ਨਹੀਂ, ਪਰ ਕਈ ਵਾਰ ਗੁਰਮੁਖਾਂ ਨੇ ਇੱਕ ਤਰੀਕਾ ਸਾਨੂੰ ਦਿੱਤਾ ਹੈ। ਉਹ ਤਰੀਕਾ ਇਹ ਦਿੱਤਾ ਹੈ ਕਿ ਕਈ ਵਾਰ ਗੁਰਮੁਖ ਕਹਿੰਦੇ ਕਿ 40 ਦਿਨ ਅਭਿਆਸ ਕਰੋ। ਅਸੀਂ ਕੀ ਕਰਦੇ ਹਾਂ, ਝਾਟੀ ਤਰਕ ਚੁੱਕ ਮਾਰਦੇ ਹਾਂ ਜੀ ਇਹ ਤਾਂ ਬ੍ਰਾਹਮਣਵਾਦ ਹੈ। 40 ਦਿਨਾਂ ਦਾ ਗੁਰਮੁਖ ਨਾਲ ਕੀ ਸੰਬੰਧ ਹੈ? ਨਹੀਂ ਕੋਈ ਸੰਬੰਧ, ਇਹ ਮੈਂ ਵੀ ਮੰਨਦਾ ਨਹੀਂ ਹੈ। ਧਿਆਨ ਦੇਣ ਵਾਲਾ ਬਚਨ, ਪਰ ਉਹ ਇੱਕ ਢੰਗ ਤਰੀਕਾ ਸੀ ਕਿਸੇ ਨੂੰ ਜੋੜਨ ਦਾ। ਜਦੋਂ ਕੋਈ ਲਗਾਤਾਰ 40 ਦਿਨ ਇੱਕ ਕਰਮ ਕਰ ਲੈਂਦਾ, ਉਹਦਾ ਉਹ ਸੁਭਾਅ ਬਣ ਜਾਂਦਾ ਹੈ, ਉਹਦਾ ਉਹ ਨੇਮ ਬਣ ਜਾਂਦਾ। ਜਦੋਂ ਉਹਨੂੰ ਰਸ ਆਉਣ ਲੱਗ ਪੈਂਦਾ ਫਿਰ ਉਹ 40 ਦਿਨਾਂ ਤੇ ਨਹੀਂ ਰਹਿ ਜਾਂਦਾ, ਫਿਰ ਉਹ ਪੱਕਾ ਹੋ ਜਾਂਦਾ। ਇਹ ਢੰਗ ਤਰੀਕਾ ਜੇ ਅਗਲੇ ਨੂੰ ਪਹਿਲਾਂ ਹੀ ਆਖੀ ਵੀ ਤੂੰ 40 ਸਾਲ ਜਪਣਾ, ਤੇ ਉਹ ਤੇ ਆਖੂ ਬਾਬਾ ਜੀ ਇਹ ਕੰਮ ਸਾਡੇ ਤੋਂ ਨਹੀਂ ਹੋਣਾ। ਜੇ ਉਹਨੂੰ ਸਮਾਂ ਹੀ ਪਹਿਲਾਂ ਹੀ ਲੰਮਾ ਦੇ ਦਈਏ ਤੇ ਡੋਲ ਜਾਂਦਾ ਪਹਿਲਾਂ। ਇਹ ਢੰਗ ਹੁੰਦਾ ਕਿਸੇ ਨੂੰ ਜੋੜਨ ਦਾ, ਬਸ 40 ਦਿਨ ਜਪ ਲੈ ਤੇਰੇ ਤੇ ਕਿਰਪਾ ਹੋ ਜਾਣੀ ਆ। ਉਹ 40 ਦਿਨ ਇੱਕ ਤਰੀਕਾ ਹੁੰਦਾ ਵੀ ਇਹਦਾ ਸੁਭਾਅ ਬਣ ਜਾਵੇ, ਇਹਨੂੰ ਰਸ ਆ ਗਿਆ ਨਾ, ਇਹਨੇ ਆਪਣੇ ਆਪ ਹੀ ਜਿਵੇਂ ਬੱਚੇ ਨੂੰ ਨਵਾਂ ਸਕੂਲ ਭੇਜੀਏ ਨਾ, ਟੋਫੀਆਂ ਦੇਣੀਆਂ, ਲਾਲਚ ਦੇਣੇ, ਤੋ ਝਿੜਕਣਾ, ਆਪ ਨਾਲ ਜਾਣਾ, ਕਈ ਤਰੀਕੇ ਵਰਤਣੇ ਪੈਂਦੇ ਆ। ਬਸ ਮਹੀਨਾ ਡੇਢ ਮਹੀਨਾ ਹੀ ਹੁੰਦਾ ਹੈ, ਮੁੜ ਕੇ ਬੱਚਾ ਆਪੇ ਜਾਣ ਲੱਗ ਪੈਂਦਾ, ਮੁੜ ਕੇ ਲੋੜ ਹੀ ਨਹੀਂ। ਇਹ ਢੰਗ ਤਰੀਕਾ ਹੁੰਦਾ ਗੁਰਮੁਖਾਂ ਦਾ ਕਿਸੇ ਨੂੰ ਜੋੜਨ ਦਾ। ਪਰ ਅਸੀਂ ਨਾ ਤਰਕ ਰੂਪੀ ਕੁਹਾੜਾ ਫੜਿਆ ਹੁੰਦਾ ਵੀ ਮਿੰਟ ਮਾਰਦੇ, ਪਤਾ ਕੱਖ ਵੀ ਨਹੀਂ ਹੁੰਦਾ ਵੀ ਤਰਕ ਕਿੱਥੇ ਕਰਨੀ ਚਾਹੀਦੀ ਤੇ ਕਿੱਥੇ ਨਹੀਂ ਕਰਨੀ ਚਾਹੀਦੀ। ਧਿਆਨ ਦੇਣ ਵਾਲਾ ਬਚਨ ਹੈ। ਬਚਨ ਆਇਆ ਕਰਕੇ ਤੁਹਾਡੇ ਸਾਹਮਣੇ ਰੱਖਿਆ ਹੈ ਕਿ ਉਚਰਹੁ ਰਾਮ ਨਾਮ ਲੱਖ ਬਾਰੀ, ਲੱਖਾਂ ਵਾਰ ਮੈਂ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦਾ ਹਾਂ। ਅੰਮ੍ਰਿਤ ਰਸ ਪੀਵਹੁ ਪ੍ਰਭ ਪਿਆਰੀ, ਪ੍ਰਭੂ ਦਾ ਪਿਆਰਾ ਜਿਹੜਾ ਅੰਮ੍ਰਿਤ ਰਸ ਹੈ ਉਹ ਰੱਬ ਦੇ ਪਿਆਰੇ ਉਹਨੂੰ ਛਕਦੇ ਨੇ। ਗੁਰਬਾਣੀ ਨੂੰ ਪੜ੍ਹੀਏ ਤੇ ਗੁਰਬਾਣੀ ਵਿੱਚ ਦੋ ਨੁਕਤੇ ਸਾਨੂੰ ਬੜੇ ਵੱਡੇ ਸਮਝਾਏ ਨੇ। ਇੱਕ ਸਿਮਰਨ ਦੀ ਗੱਲ ਕੀਤੀ, ਇੱਕ ਬਾਣੀ ਪੜ੍ਹਨ ਦਾ ਜ਼ਿਕਰ। ਧਿਆਨ ਦੇਣ ਵਾਲਾ ਬਚਨ ਹੈ। ਗੁਰਬਾਣੀ ਨੂੰ ਪੜ੍ਹਨ ਦਾ ਮਹਾਤਮ ਵਾਰ-ਵਾਰ ਦਰਸਾਇਆ ਹੈ। ਨਾਮ ਜਪਣ ਨੂੰ ਬੜੀ ਵੱਡੀ ਕਰਾਮਾਤ ਵੀ ਦੱਸਿਆ ਹੈ। ਨਾਮ ਜਪਣ ਦਾ ਮਹਾਤਮ ਵੀ ਵਾਰ-ਵਾਰ ਸਤਿਗੁਰਾਂ ਨੇ ਸਾਨੂੰ ਦਰਸਾਇਆ ਹੈ ਗੁਰਬਾਣੀ ਦੇ ਵਿੱਚ। ਨਾਮ ਜਪਣ ਦਾ ਮਹਾਤਮ ਤੇ ਆਪਾਂ ਚਲੋ ਸੁਣ ਲਿਆ। ਗੁਰਬਾਣੀ ਦੇ ਬਾਰੇ ਕੁਝ ਬਚਨ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ, ਗੁਰਬਾਣੀ ਦੇ ਵਿੱਚੋਂ ਹੀ ਕਰੂੰਗਾ। ਧਿਆਨ ਦੇਣ ਵਾਲਾ ਬਚਨ ਹੈ। ਸ਼ਬਦ ਬੜੇ ਨੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਬਾਣੀ ਦੀ ਮਹਿਮਾ ਕਰਦਿਆਂ ਕਈ ਬਚਨ ਉਚਾਰੇ ਨੇ। ਇੱਕ ਥਾਂ ਤੇ ਮਾਰੇ ਕਹਿੰਦੇ ਨੇ ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਜਿਹੜੇ ਭਾਈ ਗੁਰਬਾਣੀ ਨੂੰ ਗਾਉਂਦੇ ਆ ਨਾ, ਪੜ੍ਹਦੇ ਆ, ਭਾਵਨਾ ਦੇ ਨਾਲ ਸੁਣਦੇ ਆ, ਉਹਨਾਂ ਦਾ ਜੀਵਨ ਵੀ ਸਫਲ ਹੋ ਜਾਂਦਾ, ਉਹ ਫਲਾਂ ਦੇ ਸਹਿਤ ਹੋ ਜਾਂਦੇ, ਉਹ ਸਦਾ ਹੀ ਸੁਖਦਾਈ ਸੁੱਖ ਨੂੰ ਪ੍ਰਾਪਤ ਹੁੰਦੇ ਨੇ। ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਉਹਨਾਂ ਤੇ ਕਿਰਪਾ ਹੁੰਦੀ। ਦੂਜਾ ਗੁਰਬਾਣੀ ਨੂੰ ਮਹਾਰਾਜ ਕਹਿੰਦੇ ਨੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਕਹਿੰਦੇ ਇਹ ਜਿਹੜੀ ਗੁਰਬਾਣੀ ਹੈ ਕੋਈ ਆਮ ਨਹੀਂ। ਪਾਤਸ਼ਾਹ ਕਹਿੰਦੇ ਨੇ ਇਹ ਸ਼ੁਭ ਗੁਣਾਂ ਦਾ ਖਜ਼ਾਨਾ ਹੈ, ਸਮੁੰਦਰ ਹੈ, ਜਿਹੜੀ ਸ਼ੁਭ ਗੁਣਾਂ ਰੂਪੀ ਰਤਨਾਂ ਦੇ ਨਾਲ ਭਰੀ ਹੋਈ ਹੈ। ਪਰ ਇਸ ਗੁਰਬਾਣੀ ਦੇ ਵਿੱਚੋਂ ਉਹ ਸ਼ੁਭ ਗੁਣਾਂ ਰੂਪੀ ਰਤਨ ਮਿਲਦੇ ਕਿਹਨਾਂ ਨੂੰ ਨਹੀਂ। ਪਰ ਕਹਿੰਦੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਹੁਣ ਇੱਥੇ ਬਾਣੀ ਤੇ ਗੁਰਬਾਣੀ ਦੋ ਸ਼ਬਦ ਆਏ। ਬਾਣੀ ਦਾ ਅਰਥ ਬਚਨ ਹੈ, ਭਗਤਾਂ ਦੀ ਬਾਣੀ, ਭਗਤਾਂ ਦੇ ਬਚਨ। ਗੁਰਬਾਣੀ ਦਾ ਅਰਥ ਗੁਰੂ ਦੇ ਬਚਨ। ਧਿਆਨ ਦੇਣਾ, ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੇ ਬਚਨ। ਭਾਈ ਨੰਦ ਲਾਲ ਜੀ ਦੀ ਬਾਣੀ, ਭਾਈ ਨੰਦ ਲਾਲ ਜੀ ਦੇ ਬਚਨ। ਧਿਆਨ ਦੇਣ ਵਾਲਾ ਬਚਨ। ਬਾਣੀ ਦਾ ਅਰਥ ਬਚਨ ਹੈ। ਹੁਣ ਉੱਥੇ ਬਾਣੀ ਗੁਰਬਾਣੀ ਸ਼ਬਦ ਆਇਆ ਹੈ ਕਿਉਂਕਿ ਭਗਤਾਂ ਦੀ ਬਾਣੀ ਵੀ ਹੈ, ਗੁਰਸਿੱਖਾਂ ਦੀ ਬਾਣੀ ਵੀ ਹੈ ਤੇ ਗੁਰੂਆਂ ਦੀ ਬਾਣੀ ਵੀ ਹੈ। ਦੋ ਸ਼ਬਦ ਤਾਂ ਵਰਤੇ ਆ ਕਿ ਕਿਤੇ ਇਹ ਨਾ ਹੋਵੇ
ਕੇਵਲ ਗੁਰੂ ਬਾਣੀ ਨੂੰ ਪੜ੍ਹੋ ਤੇ ਦੂਜੀ ਬਾਣੀ ਦਾ ਨਰਾਦਰ ਕਰਨ ਲੱਗੋ ਕਿ ਨਹੀਂ ਦੂਜੀ ਬਾਣੀ ਪੜ੍ਹਨ ਦੀ ਲੋੜ ਨਹੀਂ। ਭਾਵੇਂ ਭਗਤਾਂ ਦੀ ਬਾਣੀ ਪੜ੍ਹੀਏ, ਭਾਵੇਂ ਸਤਿਗੁਰਾਂ ਦੀ ਬਾਣੀ ਪੜ੍ਹੀਏ, ਇੱਕੋ ਜਿਹਾ ਫਲ ਹੈ। ਕਿਉਂਕਿ ਮਹਾਰਾਜ ਨੇ ਸਾਰਿਆਂ ਨੂੰ ਇੱਕ ਥਾਂ ਤੇ ਸਮਿਲਿਤ ਕਰ ਦਿੱਤਾ ਹੈ, ਸਾਰੀ ਬਾਣੀ ਨੂੰ ਇੱਕੋ ਹੀ ਦਰਜਾ ਦਿੱਤਾ ਹੈ, ਇੱਕੋ ਹੀ ਵਡਿਆਈ ਦਿੱਤੀ ਹੈ। ਇਸ ਕਰਕੇ ਬਾਣੀ ਵਿੱਚ ਅੰਤਰ ਨਹੀਂਗਾ। ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਭੱਟਾਂ ਦੀ ਬਾਣੀ ਤੇ ਸਤਿਗੁਰਾਂ ਦੀ ਬਾਣੀ। ਧਿਆਨ ਦਿਓ, ਇਹਨੂੰ ਬਰੀਕੀ ਨਾਲ ਸਮਝੇ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਜਿਹੜੇ ਬਾਣੀ ਦੇ ਲੜ ਲੱਗ ਗਏ, ਜਿਹੜੇ ਗੁਰਬਾਣੀ ਦੇ ਲੜ ਲੱਗ ਗਏ, ਉਹਨਾਂ ਦੇ ਹੱਥੀ ਇੱਕ ਖਜ਼ਾਨਾ ਚੜ ਗਿਆ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਮਹਾਰਾਜ ਕਹਿੰਦੇ ਜਿਹੜੇ ਗੁਰਬਾਣੀ ਨਾਲ ਜੁੜ ਗਏ, ਬਾਣੀ ਨਾਲ ਜੁੜ ਗਏ, ਉਹਨਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲੈਣਾ ਕੀਤਾ ਹੈ। ਉਹਨਾਂ ਨੇ ਅਤੋਲਕ ਸੁੱਖਾਂ ਨੂੰ ਪ੍ਰਾਪਤ ਕਰ ਲੈਣਾ ਕੀਤਾ ਹੈ। ਤੇ ਇਹਦੇ ਸ਼ਬਦ ਵਿੱਚ ਅਖੀਰ ਵਿੱਚ ਕਹਿ ਦਿੱਤਾ ਹੈ, ਬਾਣੀ ਨੂੰ ਕੇਵਲ ਆਮ ਕਮਤਾ ਨਾ ਸਮਝਿਓ, ਗੁਰੂ ਨੂੰ ਆਮ ਇਨਸਾਨ ਨਾ ਸਮਝਿਓ। ਪਾਤਸ਼ਾਹ ਕਹਿੰਦੇ ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ। ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਗੁਰੂ ਰੱਬ ਹੈ, ਰੱਬ ਗੁਰੂ ਹੈ। ਕਹਿੰਦੇ ਉਹਦੇ ਵਿੱਚ ਥੋੜਾ ਜਿਹਾ ਵੀ ਭੇਦ ਨਹੀਂ, ਫਰਕ ਨਹੀਂ। ਗੱਜ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਨੂੰ ਪੜ੍ਹਨ ਦਾ ਮਹੱਤਵ ਬਾਣੀ ਵਿੱਚ ਲਿਖਿਆ। ਧਿਆਨ ਦੇਣ ਵਾਲਾ ਬਚਨ ਹੈ। ਉਹ ਤੇ ਜਿੰਨੀ ਜਿੰਨੀ ਪੜਾਂਗੇ ਨਾ, ਸਿਆਣੇ ਕਹਿੰਦੇ ਜਿੰਨਾ ਗੁੜ ਪਾਈਏ ਉਨਾ ਮਿੱਠਾ। ਜਿੰਨੀ ਬਾਣੀ ਪੜਾਂਗੇ, ਵੱਧ ਪੜਾਂਗੇ, ਉਨਾ ਵੱਧ ਲਾਭ। 403 ਅੰਗ ਤੇ ਆਸਾ ਰਾਗ ਅੰਦਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਪਾਵਨ ਸ਼ਬਦ ਹੈ ਗੁਰਬਾਣੀ ਦੀ ਮਹਿਮਾ ਵਿੱਚ। ਇੱਕ ਸ਼ਬਦ ਹੋਰ ਹੈ ਗੁਰਬਾਣੀ ਦੀ ਮਹਿਮਾ ਵਿੱਚ। ਮੈਂ ਸਮੇਂ ਦੀ ਸੀਮਾ ਵਿੱਚ ਦੋਨਾਂ ਦੀ ਸੰਖੇਪ ਦੀ ਵਿਆਖਿਆ ਤੁਹਾਡੇ ਸਾਹਮਣੇ ਰੱਖਣੀ। ਉਹਨਾਂ ਸ਼ਬਦਾਂ ਤੋਂ ਪਹਿਲਾਂ ਮੈਂ ਇੱਕ ਇਤਿਹਾਸਕ ਘਟਨਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹੈ ਗੁਰਬਾਣੀ ਦੀ ਮਹਿਮਾ ਦੇ ਪ੍ਰਥਾਏ। ਉਹ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰ ਦੇ ਮਾਲਕ ਸਤਿਗੁਰਾਂ ਦੇ ਜੀਵਨ ਦੀ। ਕਿਉਂਕਿ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ, ਉਹਨਾਂ ਨੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚੋਂ ਬੜੀਆਂ ਰਹਿਮਤਾਂ ਪ੍ਰਾਪਤ ਕੀਤੀਆਂ, ਬਰਕਤਾਂ ਲਈਆਂ। ਧਿਆਨ ਦੇਣ ਵਾਲਾ ਬਚਨ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਦੂਸਰਾ ਯੁੱਧ ਲੜਿਆ, ਦੂਸਰਾ ਧਰਮ ਯੁੱਧ ਕੀਤਾ ਹੈ ਸ੍ਰੀ ਹਰਗੋਬਿੰਦਪੁਰ ਦੀ ਧਰਤੀ ਤੇ, ਜਿਹੜਾ ਜੰਗ ਸਾਨੂੰ ਕੱਲ ਗਿਆਨੀ ਮੱਖਣ ਸਿੰਘ ਜੀ ਦਸ਼ਮੇਸ਼ ਨਗਰੀਏ, ਮਹਾਨ ਵਿਦਵਾਨ ਜਿਨ੍ਹਾਂ ਦਾ ਦਾਸ ਤੋਂ ਬਾਅਦ ਟਾਈਮ ਹੈ, ਉਹਨਾਂ ਨੇ ਆਪ ਜੀ ਨੂੰ ਕੱਲ ਸਰਵਣ ਕਰਵਾਇਆ ਸੀ ਬੜੇ ਵਿਸਥਾਰ ਨਾਲ। ਮੈਂ ਕੇਵਲ ਇਸ਼ਾਰਾ ਹੀ ਕਰ ਰਿਹਾ ਉਥੋਂ ਦੀ ਘਟਨਾ ਦਾ। ਜਲੰਧਰ ਦਾ ਸੂਬਾ ਅਬਦੁੱਲਾ ਜੋ 15,000 ਫੌਜ ਲੈ ਕੇ ਆਇਆ ਤੇ ਸਤਿਗੁਰਾਂ ਦੇ ਹੱਥੋਂ ਮਾਰਿਆ ਗਿਆ, ਜਿੱਤ ਸਤਿਗੁਰਾਂ ਦੀ ਹੋਈ। ਉੱਥੇ ਮਹਾਰਾਜ ਨੇ ਦੀਵਾਨ ਸਜਾਇਆ ਸ੍ਰੀ ਹਰਗੋਬਿੰਦਪੁਰ ਦੀ ਧਰਤੀ ਤੇ। ਸਤਿਗੁਰਾਂ ਦਾ ਦੀਵਾਨ ਸਜਿਆ ਜਿਵੇਂ ਅੱਜ ਆਪਾਂ ਗੁਰੂ ਕੀ ਹਜ਼ੂਰੀ 'ਚ ਬੈਠੇ, ਇਦਾਂ ਹੀ ਸੰਗਤ ਬੈਠੀ ਹੈ। ਮਹਾਰਾਜ ਨੇ ਇੱਕ ਬਚਨ ਕੀਤਾ ਕਿ ਕੋਈ ਐਸਾ ਸਿੱਖ ਉੱਠੇ ਜਿਹੜਾ ਸਾਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਲਗਾ ਮਾਤਰਾਂ ਦੇ ਸਹਿਤ ਬੜੇ ਪ੍ਰੇਮ ਨਾਲ, ਬੜੇ ਧਿਆਨ ਨਾਲ, ਸ਼ੁੱਧ ਉਚਾਰਨ ਕਰਕੇ ਮਨ ਦੀ ਇਕਾਗਰਤਾ ਨਾਲ ਸਰਵਣ ਕਰਵਾਵੇ। ਤੇ ਜੇ ਕੋਈ ਸਿੱਖ ਸਾਨੂੰ ਸਰਵਣ ਕਰਵਾਵੇਗਾ, ਜੋ ਮੰਗੇਗਾ ਉਹੀ ਮਿਲੇਗਾ। ਬਾਣੀ ਨੂੰ ਪੜ੍ਹਨ ਦਾ ਮਹਾਤਮ ਕੀ ਹੈ, ਧਿਆਨ ਦੇਣਾ। ਹੁਣ ਸਤਿਗੁਰਾਂ ਦੇ ਸਨਮੁਖ ਹੋਣਾ, ਸਤਿਗੁਰਾਂ ਦੇ ਕੋਲ ਬਾਣੀ ਨੂੰ ਸਰਵਣ ਕਰਵਾਉਣਾ, ਸਿੱਖਾਂ ਦੇ ਮਨ ਵਿੱਚ ਭੈ ਵੀ ਸੀ। ਹਰ ਸਿੱਖ ਨਹੀਂ ਸੀ ਸਤਿਗੁਰਾਂ ਦੇ ਕੋਲ ਬੋਲ ਸਕਦਾ। ਇੱਕ ਸਿੱਖ ਉੱਠਿਆ ਜਿਹਦਾ ਵਿਦਵਾਨ ਜਨ ਜ਼ਿਕਰ ਕਰਦੇ ਨੇ, ਜਿਹਦਾ ਨਾਂ ਸੀ ਭਾਈ ਗੋਪਾਲਾ। ਇਹ ਹਾਫਿਜ਼ਾਬਾਦ ਦੇ ਰਹਿਣ ਵਾਲਾ। ਗਲ ਵਿੱਚ ਪੱਲਾ ਪਾਇਆ ਤੇ ਕਹਿਣ ਲੱਗਾ, ਮਹਾਰਾਜ ਜੇ ਤੁਹਾਡੀ ਕਿਰਪਾ ਹੋਵੇ, ਤੁਹਾਡਾ ਹੁਕਮ ਹੋਵੇ, ਤੁਸੀਂ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ ਤੇ ਇਹ ਸੇਵਾ ਮੈਨੂੰ ਬਖਸ਼ ਦਿਓ, ਮੈਂ ਕਰਨਾ ਚਾਹੁੰਦਾ। ਮਹਾਰਾਜ ਖੁਸ਼ ਹੋਏ, ਕਹਿਣ ਲੱਗੇ ਸਿੱਖਾ ਤੂੰ ਕਰ ਸੇਵਾ। ਇਤਿਹਾਸਕਾਰ ਲਿਖਦੇ ਨੇ ਕਿ ਸਤਿਗੁਰਾਂ ਨੇ ਬਾਣੀ ਦੇ ਸਤਿਕਾਰ ਵਾਸਤੇ ਸਿੱਖ ਦਾ ਆਸਨ ਆਪਣੇ ਨਾਲੋਂ ਉੱਚਾ ਲਵਾਇਆ, ਗੁਰਬਾਣੀ ਦਾ ਸਨਮਾਨ।
ਸਿੱਖ ਨੂੰ ਹੁਕਮ ਕੀਤਾ, ਸਿੱਖ ਬੈਠ ਗਿਆ। ਅਗਲਾ ਬਚਨ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਭਾਈ ਗੋਪਾਲਾ ਜੀ ਨੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਕੇ ਬਾਣੀ ਆਰੰਭ ਕੀਤੀ, ਪਹਿਲਾ ਬਚਨ ਉਚਾਰਿਆ ਇੱਕ ਓੰਕਾਰ, ਦੂਜਾ ਸ਼ਬਦ ਉਚਾਰਿਆ ਸਤਨਾਮ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਦੋਂ ਸੀਸ ਝੁਕਾ ਕਰਕੇ, ਸਿੱਖ ਵੱਲ ਮੂੰਹ ਕਰਕੇ ਤੇ ਸੀਸ ਝੁਕਾ ਕਰਕੇ ਨਮਸਕਾਰ ਕੀਤੀ ਹੈ ਬਾਣੀ ਨੂੰ। ਸਿੱਖ ਬਾਣੀ ਅੱਗੇ ਪੜ੍ਹਦਾ ਗਿਆ, ਅਖੀਰਲੀਆਂ ਪੌੜੀਆਂ ਤੇ ਬਾਣੀ ਗਈ। ਮਹਾਰਾਜ ਵਿਚਾਰਦੇ ਨੇ ਕਿ ਸਿੱਖ ਨੂੰ ਦਈਏ ਕੀ? ਦੁਨੀਆ ਦੇ ਵਿੱਚ ਤੇ ਕੋਈ ਐਸੀ ਵਸਤੂ ਨਹੀਂ ਜੋ ਬਾਣੀ ਪੜ੍ਹਨ ਦੇ ਬਦਲੇ ਇਹਨੂੰ ਦਈਏ। ਚਾਰ ਚਫੇਰੇ ਤੱਕਿਆ, ਕੋਈ ਵਸਤੂ ਨਜ਼ਰ ਨਾ ਆਈ, ਵੀ ਸਾਰੀਆਂ ਵਸਤੂਆਂ ਛੋਟੀਆਂ ਨਜ਼ਰ ਆਈਆਂ, ਵੀ ਇਹ ਛੋਟੀ ਭੇਟ ਹੈ। ਜਪਜੀ ਸਾਹਿਬ ਦੇ ਬਦਲੇ, ਬਾਣੀ ਦੇ ਬਦਲੇ ਕੋਈ ਵੀ ਵਸਤੂ ਸੰਸਾਰ ਅੰਦਰ ਹੈ ਹੀ ਨਹੀਂ, ਤਿੰਨਾਂ ਲੋਕਾਂ ਵਿੱਚ ਹੀ ਨਹੀਂ ਹੈਗੀ। ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸੋਚਿਆ ਹੈ ਕਿ ਇੱਕੋ ਹੀ ਵਸਤੂ ਹੈ, ਉਹ ਹੈ ਗੁਰੂ ਨਾਨਕ ਦੀ ਗੱਦੀ, ਗੁਰੂ ਪਦਵੀ। ਮਨ ਵਿੱਚ ਵਿਚਾਰਿਆ ਹੈ ਕਿ ਇਸ ਸਿੱਖ ਨੂੰ ਗੁਰਿਆਈ ਦੇ ਦਈਏ, ਇਦੋਂ ਵੱਡੀ ਵਸਤੂ ਕੋਈ ਨਹੀਂ। ਧਿਆਨ ਦੇਣਾ, ਬਾਣੀ ਪੜ੍ਹਨ ਦੇ ਬਦਲੇ ਗੁਰਿਆਈ ਦੇਣ ਵਾਸਤੇ ਸਤਿਗੁਰੂ ਜੀ ਤਿਆਰ ਹੋ ਗਏ। ਗੁਰੂ ਪਦਵੀ, ਉਦੋਂ ਵੱਡੀ ਪਦਵੀ ਦੁਨੀਆ 'ਚ ਕੋਈ ਨਹੀਂ ਹੈ। ਸਤਿਗੁਰੂ ਪਾਤਸ਼ਾਹ ਨੇ ਇੱਕ ਗੋਡਾ ਤਾਂ ਚੁੱਕਿਆ ਉੱਠਣ ਵਾਸਤੇ, ਪਰ ਸਿੱਖ ਦਾ ਮਨ ਡੋਲ ਗਿਆ। ਇਹ ਵੀ ਸਾਡੇ ਵਾਸਤੇ ਦੀ ਗੱਲ ਨਹੀਂ। ਸਾਰਾ ਪਾਠ ਧਿਆਨ ਨਾਲ ਟਿਕ ਕੇ ਸੁਣਾਇਆ, ਪਰ ਜਿੱਥੇ ਬਖਸ਼ਿਸ਼ ਹੋਣੀ ਸੀ ਉੱਥੇ ਮਨ ਡੋਲ ਗਿਆ। ਭਾਈ ਗੋਪਾਲੇ ਦੇ ਮਨ ਵਿੱਚ ਆ ਗਿਆ ਵੀ ਸਤਿਗੁਰਾਂ ਨੇ ਕਿਹਾ ਸੀ ਕਿ ਜਿਹੜਾ ਸਿੱਖ ਸ਼ੁੱਧ ਬਾਣੀ ਸੁਣਾਊਗਾ ਟਿਕਾ ਦੇ ਨਾਲ, ਜੋ ਮੰਗੂਗਾ ਉਹ ਦੇਵਾਂਗੇ। ਤੇ ਮਹਾਰਾਜ ਤਾਂ ਉੱਠ ਕੇ ਚੱਲੇ। ਮਹਾਰਾਜ ਉੱਠ ਕੇ ਨਹੀਂ ਸੀ ਚੱਲੇ, ਮਹਾਰਾਜ ਤਾਂ ਉਹਨੂੰ ਗੁਰਿਆਈ ਦੇਣ ਲੱਗੇ ਸੀ, ਪਰ ਉਹਦੇ ਮਨ ਦਾ ਫੁਰਨਾ ਬਣ ਗਿਆ ਕਿ ਮਹਾਰਾਜ ਤੇ ਚੱਲੇ ਆ। ਮੈਂ ਤੇ ਸੋਚਿਆ ਸੀ ਕਿ ਜਿਹੜੇ ਭਾਈ ਸੁਭਾਗੇ ਨੇ 5 ਘੋੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟਾ ਕੀਤੇ, ਜਿਹੜੇ ਘੋੜੇ ਦੀ, ਇੱਕ ਘੋੜੇ ਦੀ ਕੀਮਤ 1.25 ਲੱਖ ਤੇ 1.25 ਲੱਖ ਉਹਦੇ ਉੱਤੇ ਕਾਠੀ ਦੀ ਕੀਮਤ 2.5 ਲੱਖ ਦਾ ਇੱਕ ਘੋੜਾ। 4 ਘੋੜੇ ਸਤਿਗੁਰਾਂ ਨੇ ਵੰਡ ਦਿੱਤੇ ਸਨ, ਇੱਕ ਘੋੜਾ ਬਾਕੀ ਸੀ। ਮਨ ਵਿੱਚ ਵਿਚਾਰ ਆਇਆ ਕਿਤੇ ਉਹ ਘੋੜਾ ਮਿਲ ਜਾਵੇ ਨਾ ਤੇ ਸਵਰਗਾਂ ਵਰਗੀ ਸਵਾਰੀ ਆ ਉਹਦੀ, ਬੜੀ ਸੁਖਦਾਈ ਹੋਊਗੀ। ਮਹਾਰਾਜ ਨੇ ਉਸ ਵੇਲੇ ਬਹਿ ਜਾਣਾ ਕੀਤਾ, ਕਹਿਣ ਲੱਗੇ ਸਿੱਖਾ ਤੂੰ ਡੋਲ ਗਿਆ। ਸ਼ਲੋਕ ਪੜਿਆ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਸੰਪੂਰਨਤਾ ਕੀਤੀ, ਸਿੱਖ ਨੇ ਵੀ ਸੀਸ ਝੁਕਾਇਆ, ਸਾਰੀ ਸੰਗਤ ਨੇ ਝੁਕਾਇਆ, ਮਹਾਰਾਜ ਨੇ ਵੀ ਸੀਸ ਝੁਕਾਇਆ। ਇਹ ਸਾਡੀ ਮਰਿਆਦਾ ਹੈ, ਜਦੋਂ ਬਾਣੀ ਦਾ ਭੋਗ ਪੈਂਦਾ ਅਸੀਂ ਸੀਸ ਝੁਕਾਉਣੇ। ਮਹਾਰਾਜ ਬਾਅਦ ਵਿੱਚ ਕਹਿਣ ਲੱਗੇ ਸਿੱਖਾ ਤੂੰ ਡੋਲ ਗਿਆ। ਬੜੀ ਭਾਵਨਾ ਨਾਲ, ਸ਼ਰਧਾ ਨਾਲ ਤੂੰ ਸ਼ੁੱਧ ਉਚਾਰਨ ਕਰਕੇ ਜਪਜੀ ਸਾਹਿਬ ਦਾ ਪਾਠ ਸਾਨੂੰ ਸਰਵਨ ਕਰਵਾਇਆ। ਬੜੀ ਇਕਾਗਰਤਾ ਦੇ ਨਾਲ ਅਸੀਂ ਤੇ ਮਨ ਵਿੱਚ ਸੋਚਿਆ ਸੀ ਕਿ ਕੋਈ ਵਸਤੂ ਦੁਨੀਆ 'ਚ ਨਹੀਂ, ਤਿੰਨਾਂ ਲੋਕਾਂ ਵਿੱਚ ਵੀ ਨਹੀਂ ਹੈਗੀ ਜਿਹੜੀ ਜਪਜੀ ਸਾਹਿਬ ਦੇ ਬਦਲੇ ਦੇ ਦਈਏ। ਅਸੀਂ ਤਾਂ ਸਿੱਖਾ ਤੈਨੂੰ ਗੁਰਿਆਈ ਦੇਣ ਵਾਸਤੇ ਉੱਠੇ ਸਾਂ, ਪਰ ਤੇਰਾ ਮਨ ਡੋਲ ਗਿਆ। ਤੂੰ ਮਨ ਵਿੱਚ ਸੋਚ ਲਿਆ ਵੀ ਸਤਿਗੁਰੂ ਤਾਂ ਉੱਠ ਕੇ ਚੱਲੇ ਸੀ। ਤੂੰ ਮਨ ਵਿੱਚ ਸੋਚ ਲਿਆ ਕਿ ਭਾਈ ਸੁਭਾਗੇ ਵਾਲਾ ਘੋੜਾ ਮੈਨੂੰ ਮਿਲ ਜਾਵੇ। ਮਹਾਰਾਜ ਕਹਿਣ ਲੱਗੇ ਚਲੋ ਸਿੱਖਾ ਤੇਰੇ ਵਾਸ ਦੀ ਗੱਲ ਨਹੀਂ, ਇਹ ਗੁਰਿਆਈ ਜਿੱਥੇ ਜਾਣੀ ਉੱਥੇ ਜਾਣੀ, ਇਹ ਧੁਰ ਤੋਂ ਲਿਖਤਾ ਹੈ। ਪਰ ਫਿਰ ਵੀ ਤੂੰ ਬੜੀ ਭਾਵਨਾ ਦੇ ਨਾਲ ਮਨ ਨੂੰ ਟਿਕਾ ਕੇ ਬਾਣੀ ਸੁਣਾਈ ਹੈ। ਉਸੇ ਵੇਲੇ ਭਾਈ ਵਿਧੀ ਚੰਦ ਨੂੰ ਹੁਕਮ ਕੀਤਾ ਕਿ ਜਾਓ ਉਹ ਘੋੜਾ ਲੈ ਕੇ ਆਓ। ਘੋੜਾ ਲਿਆਂਦਾ, ਕਿਹਾ ਸੀ ਨਾ ਮਨ ਇੱਛਤ ਫਲ ਦੇਵਾਂਗੇ, ਹੁਣ ਮਨ ਨੇ ਤੇ ਸੋਚਿਆ ਸੀ ਆ ਮਿਲੇ। ਮਹਾਰਾਜ ਨੇ ਉਹ 2.5 ਲੱਖ ਦਾ ਘੋੜਾ ਬਖਸ਼ਿਆ। ਫਿਰ ਧਨ ਦੌਲਤ ਵੀ ਬੜਾ ਦਿੱਤਾ ਨਾਲ। ਮਹਾਰਾਜ ਕਹਿੰਦੇ ਸਿੱਖਾ ਤੇਰਾ ਜੰਮਣ ਮਰਨ ਵੀ ਕਟਿਆ, ਤੂੰ ਸਰੀਰ ਤਿਆਗਣ ਤੋਂ ਬਾਅਦ ਸਾਡੇ ਚਰਨਾਂ ਵਿੱਚ ਸਦਾ ਵਾਸਤੇ ਲੀਨ ਹੋਵੇਂਗਾ। ਇਹ ਧਿਆਨ ਦੇਣ ਵਾਲਾ ਬਚਨ ਸਿਰਫ ਇੱਕ ਜਪਜੀ ਸਾਹਿਬ ਦਾ ਪਾਠ, ਬਹੁਤਾ ਨਹੀਂ। ਬਹੁਤੀ ਬਾਣੀ ਪੜਨ ਵਾਲੇ ਬੜੇ ਗੁਰਮੁਖ ਹੈਗੇ, ਇੱਕ ਜਪਜੀ ਸਾਹਿਬ ਦੀ ਮਹਿਮਾ ਦੱਸ ਰਹੇ ਆ। ਸਿਰਫ ਇੱਕ ਜਪਜੀ ਸਾਹਿਬ ਦਾ ਪਾਠ, ਵੱਧ ਪੜ ਲਈ ਜਿੰਨੀ ਕਿਸੇ ਦੀ ਆਪੋ ਆਪਣੀ ਸਮਰੱਥਾ ਹੈ, ਕੋਈ ਮਨਾ ਨਹੀਂਗਾ। 7 ਬਾਣੀਆਂ ਦਾ ਨਿਤਨੇਮ ਸਾਡੇ ਵਾਸਤੇ ਅਵਸ਼ ਕੀਤਾ ਹੈ, ਜ਼ਰੂਰੀ ਹੈ।
ਉਦੋਂ ਵੱਧ ਜਿੰਨਾ ਮਰਜ਼ੀ ਪੜ੍ਹ ਲਈਏ, ਘੱਟੋ ਘੱਟ ਇੰਨਾ ਕੁ ਸਾਨੂੰ ਮਹਾਰਾਜ ਨੇ ਹੁਕਮ ਕੀਤਾ। ਉਦੋਂ ਵੱਧ ਦਾ ਹੁਕਮ ਹੈ, ਜਿੰਨੀ ਮਰਜ਼ੀ ਕੋਈ ਪੜ੍ਹ ਸਕਦਾ। ਸੁਖਮਨੀ ਸਾਹਿਬ ਪੜ੍ਹੇ, ਆਸਾ ਕੀ ਵਾਰ ਪੜ੍ਹੇ, ਕੋਈ ਸਹਿਜ ਪਾਠ ਕਰੇ, ਜਿੰਨੀ ਮਰਜ਼ੀ ਬਾਣੀ ਪੜ੍ਹੇ। ਬਾਣੀ ਪੜ੍ਹਨ ਦਾ ਫਲ, ਇੱਕ ਜਪਜੀ ਸਾਹਿਬ ਦੇ ਬਦਲੇ ਸਤਿਗੁਰੂ ਪਾਤਸ਼ਾਹ ਗੁਰਿਆਈ ਦੇਣ ਵਾਸਤੇ ਤਿਆਰ ਹੋ ਗਏ। ਤੇ ਜੇ ਮਨ ਡੋਲਿਆ ਵੀ ਹੈ ਤੇ ਫਿਰ ਵੀ ਜੰਮਣ ਮਰਨ ਕੱਟ ਦਿੱਤਾ, ਇਸ਼ਾਵਾਂ ਵੀ ਪੂਰੀਆਂ ਕਰ ਦਿੱਤੀਆਂ। ਉਹ ਪੜੋ ਤਾਂ ਸਹੀ, ਕੋਈ ਨਹੀਂ, ਮਨ ਕਿਤੇ ਡੋਲਦਾ ਵੀ ਆਖਰ ਲੱਗੇਗਾ, ਆਖਰ ਕਿਰਪਾ ਹੋਵੇਗੀ। ਇਹ ਇਤਿਹਾਸ ਘਟਨਾ ਹੈ। ਬਾਣੀ ਦੇ ਬਚਨ ਕਹਿ ਕੇ ਸਮਾਪਤੀ ਕਰਾਂ। ਮੇਰੀ ਘੜੀ ਮੁਤਾਬਕ 7 ਮਿੰਟ ਮੇਰੇ ਬਾਕੀ ਹੈ। ਧਿਆਨ ਦੇਣ ਵਾਲਾ ਬਚਨ ਹੈ। ਸੋ ਗੁਰੂ ਪਿਆਰ ਵਾਲਿਓ, ਸਤਿਗੁਰਾਂ ਨੇ ਆਸਾ ਰਾਗ ਵਿੱਚ ਬਚਨ ਉਚਾਰਿਆ ਹੈ। ਆਸਾ ਮਹੱਲਾ ਪੰਜਵਾਂ। ਨੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਇਹ ਸ਼ਬਦ ਉਚਾਰਿਆ ਕਿ ਜੋ ਸਾਡਾ ਮਿੱਤਰ ਵਾਹਿਗੁਰੂ ਕਰ ਰਿਹਾ ਹੈ ਉਹ ਅਸੀਂ ਮੰਨਿਆ ਹੈ, ਕਿਉਂਕਿ ਮਿੱਤਰ ਦੇ ਕੀਤੇ ਹੋਏ ਕਾਰਜ ਸੁਖ ਦੇਣ ਵਾਲੇ ਹੁੰਦੇ, ਦੁੱਖ ਦੇਣ ਵਾਲੇ ਨਹੀਂ ਹੁੰਦੇ। ਜੇ ਤੱਤੀ ਤਵੀ ਤੇ ਬਿਠਾਇਆ ਹੈ, ਸੀਸ ਦੇ ਉੱਪਰ ਰੇਤਾ ਪਈ ਹੈ, ਤੱਤੀ ਸਰੀਰ ਤੇ ਰੇਤਾ ਪਾਈ ਹੈ, ਸਰੀਰ ਫਲੂਹੇ ਫਲੂਹੇ ਹੋ ਗਿਆ ਹੈ, ਪਰ ਉਸ ਤੱਤੀ ਤਵੀ ਤੇ ਬੈਠ ਕਰਕੇ ਵੀ ਸਤਿਗੁਰਾਂ ਦੀ ਰਸਨਾ ਤੋਂ ਬਾਣੀ ਦੂਰ ਨਹੀਂ ਹੋਈ। ਮਾਰੇ ਕਹਿੰਦੇ ਤੇਰਾ ਕੀਆ ਮੀਠਾ ਲਾਗਾ ਹਰ ਨਾਮ ਪਦਾਰਥ, ਨਾਨਕ ਮੰਗੈ ਇਦੋਂ ਵੱਧ ਪਿਆਰ ਕੀ ਹੋ ਸਕਦਾ ਬਾਣੀ ਦੇ ਨਾਲ। ਗੁਰੂ ਨੇ ਆਪਣੇ ਤੋਂ ਦੂਰ ਨਹੀਂ ਕੀਤਾ। ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਤਾਂ ਕੁਰਬਾਨੀ ਦੇਣ ਤੋਂ ਪਹਿਲਾਂ 5 ਪਾਠ ਜਪਜੀ ਸਾਹਿਬ ਦੇ ਕੀਤੇ ਮਹਾਰਾਜ ਨੇ। ਆਖਿਆ ਜਦੋਂ ਅਸੀਂ ਸ਼ਲੋਕ ਪੜਾਂਗੇ, ਆਖਰੀ ਬੋਲ ਬੋਲੇ, ਜਲਾਦ ਨੇ ਤੇਗ ਦਾ ਵਾਰ ਕੀਤਾ ਤੇ ਸਤਿਗੁਰਾਂ ਦਾ ਸੀਸ ਧੜ ਤੋਂ ਵੱਖਰਾ ਹੋ ਗਿਆ। ਬਾਣੀ ਨਹੀਂ ਤਿਆਗੀ। ਜੇ ਸਤਿਗੁਰਾਂ ਨੇ ਨਹੀਂ ਤਿਆਗੀ ਤੇ ਸਿੱਖਾਂ ਦਾ ਜੀਵਨ ਪੜੋ। ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲਦਾ ਤੇ ਜਪਜੀ ਸਾਹਿਬ ਚੱਲਦਾ। ਅਰਧੋ ਅਰਧ ਚਰਾਏ ਸੁਡਾਰਾ, ਧਰ ਪਰ ਪਰਿਓ ਹੋਇਆ ਦੁਆ ਫਾਰਾ। ਦੋਨੋਂ ਤਨ ਤੇ ਜਪਜੀ ਪੜਾ, ਹੀਰਤ ਸਭ ਕੈ ਅਚਰਜ ਬੜਾ। ਵਿਦਵਾਨ ਜਨ ਲਿਖਦੇ ਨੇ 2 ਫਾੜ ਹੋ ਕੇ ਸਰੀਰ ਡਿੱਗ ਪਿਆ ਹੈ, ਪਰ ਦੋਨਾਂ ਫਾੜਿਆਂ ਚੋਂ ਜਪਜੀ ਸਾਹਿਬ ਚੱਲ ਰਿਹਾ। ਇੰਨਾ ਪਿਆਰ ਆ ਸਿੱਖ ਦਾ ਬਾਣੀ ਨਾਲ। ਧਿਆਨ ਦੇਣ ਵਾਲਾ ਬੱਚਾ, ਕਿੰਨਾ ਪਿਆਰ ਬਾਣੀ ਦੇ ਨਾਲ। ਜੇ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦਾ ਵੱਡਾ ਸਪੁੱਤਰ ਬਾਬਾ ਰਾਮ ਰਾਏ ਬਾਣੀ ਦੇ ਇੱਕ ਸ਼ਬਦ ਨੂੰ ਬਦਲਦਾ ਹੈ ਤੇ ਧੰਨ ਗੁਰੂ ਹਰਿ ਰਾਏ ਪਾਤਸ਼ਾਹ ਨੂੰ ਘਰੋਂ ਕੱਢ ਦਿੰਦੇ, ਜਾ ਨਿਕਲਦਾ ਘਰੋਂ, ਤੂੰ ਸਾਡਾ ਪੁੱਤਰ ਵੀ ਨਹੀਂ, ਸਾਡਾ ਸਿੱਖ ਵੀ ਨਹੀਂ। ਬਾਣੀ ਦਾ ਅੰਦਰ ਆਦਰ ਨਹੀਂ ਸਹਾਰਿਆ। ਆਪਣੇ ਆਪ ਨੂੰ ਕਸ਼ਟ ਦਿੱਤੇ ਕਿਸੇ ਨੇ, ਭਾਵੇਂ ਜਿੰਨੇ ਮਰਜ਼ੀ ਕਸ਼ਟ ਦਿੱਤੇ ਆ ਸਤਿਗੁਰਾਂ ਨੂੰ, ਉਹ ਸਹਾਰ ਲਏ ਨੇ, ਪਰ ਜਿੱਥੇ ਬਾਣੀ ਦੀ ਗੱਲ ਆਈ ਆ ਉੱਥੇ ਮਹਾਰਾਜ ਨੇ ਨਹੀਂ ਸਹਾਰਿਆ। ਬਾਣੀ ਨਾਲ ਪਿਆਰ ਦੀ ਗੱਲ। ਮੈਂ ਚਲੋ ਇਤਿਹਾਸ ਵੱਲ ਨਾ ਜਾਵਾਂ ਬਹੁਤਾ। ਮਾਰੇ ਕਹਿੰਦੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਕ ਨ ਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਇਹ ਦਰਸ਼ਨ ਕਰਵਾਉਣ ਵਾਲੀ ਹੈ। ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਨਾਨਕ ਦੇ ਚਰਨਾਂ 'ਚ ਗਏ ਤੇ ਭਾਈ ਜੋਤ ਤੋਂ ਬਾਣੀ ਸੁਣ ਕੇ ਗਏ। ਬਾਣੀ ਨੇ ਦਰਸ਼ਨ ਕਰਵਾਏ। ਸਮਾਂ ਨਹੀਂ ਵਿਸਥਾਰ ਵੱਲ ਜਾਵਾਂ। ਧੰਨ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਗਏ ਤੇ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਜੋ ਧੰਨ ਗੁਰੂ ਅਮਰਦਾਸ ਜੀ ਦੀ ਭਤੀਜਿਓਂ ਨੂੰਹ ਸੀ, ਬੀਬੀ ਅਮਰੋ, ਉਹਨਾਂ ਦੇ ਕੋਲੋਂ ਬਾਣੀ ਸੁਣੀ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤੇ ਚੱਲੀਏ, ਤਾਉ ਗੁਣ ਦਾ ਹੀ ਅੰਤ ਹਰੇ। ਇਹ ਸ਼ਬਦ ਸੁਣਿਆ ਤੇ ਗੁਰੂ ਦੇ ਚਰਨਾਂ 'ਚ ਗਏ। ਬਾਣੀ ਲੈ ਕੇ ਗਈ। ਬਾਣੀ ਦਰਸ਼ਨ ਕਰਾਉਂਦੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦਾ ਦਰਸ਼ਨ ਕਰਾਉਣ ਵਾਲੀ ਬਾਣੀ। ਬਾਣੀ ਗੁਰੂ ਕੋਲ ਲੈ ਕੇ ਆਉਂਦੀ। ਅੱਜ ਅਸੀਂ ਬਾਣੀ ਨਾਲੋਂ ਟੁੱਟ ਗਏ, ਤਾਈਏ ਗੁਰੂ ਤੋਂ ਦੂਰ ਹੋ ਗਏ। ਪਖੰਡੀਆਂ ਕੋਲੇ ਤਾਈਏ ਤੁਰੇ ਫਿਰਦੇ। ਜਿਸ ਦਿਨ ਬਾਣੀ ਨਾਲ ਜੁੜ ਗਏ ਗੁਰੂ, ਉਸ ਦਿਨ ਸਾਡੇ ਨੇੜੇ ਹੈ। ਜਿੰਨਾ ਚਿਰ ਬਾਣੀ ਤੋਂ ਦੂਰ ਆ ਉਹਨਾਂ ਚਿਰ ਗੁਰੂ ਤੋਂ ਦੂਰ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਨੂੰ ਗੁਰੂ ਕਿਹਾ ਹੈ। ਜਿਹੜੇ ਸਿੱਖ ਦੇ ਕੋਲ ਬਾਣੀ ਹੈ, ਮੈਂ ਕਹਿੰਦਾ ਉਹਦੇ ਕੋਲ ਗੁਰੂ ਹੈ। ਗੁਰੂ ਉਹਦੇ ਤੋਂ ਦੂਰ ਨਹੀਂ ਗਾ। ਜਿਹਦੇ ਕੋਲੇ ਬਾਣੀ ਨਹੀਂ ਉਹਦੇ ਕੋਲੇ ਗੁਰੂ ਵੀ ਨਹੀਂ। ਧਿਆਨ ਦੇਣ ਵਾਲਾ ਬਚਨ ਹੈ। ਦਰਸ਼ਨ ਪਰਸਨ, ਦਰਸ਼ਨ ਕਰਾਉਣ ਵਾਲੀ ਹੈ। ਸਰਸਨ ਹਰਸਨ, ਸਰਸਨ ਦਾ ਅਰਥ ਖੇੜਾ, ਸਰਸਨ ਦਾ ਅਰਥ ਆਨੰਦ, ਹਰਸਨ ਦਾ ਅਰਥ ਖੇੜਾ। ਅੰਦਰ ਦਾ ਆਨੰਦ ਦੇਣ ਵਾਲੀ ਹੈ, ਖੇੜਾ ਦੇਣ ਵਾਲੀ ਹੈ। ਫਿਰ ਮਹਾਰਾਜ ਕਹਿੰਦੇ ਆ, ਦੁਨੀਆ ਦੇ ਲੋਕੋ, ਇਸ ਬਾਣੀ ਨੂੰ ਕਿਤੇ ਕਵਿਤਾ ਨਾ ਸਮਝ ਲਿਓ ਕਵੀਆਂ ਦੀ।
ਆ ਲੋਕ ਕਹਿ ਦਿੰਦੇ ਨੇ ਕਵਿਤਾ, ਕਵਿਤਾ ਨਹੀਂ ਗੀ, ਕਵਿਤਾ ਤੇ ਕਵੀਸ਼ਰ ਵੀ ਲਿਖਦੇ ਆ, ਜਸ ਹੈ ਗੁਰੂ ਦਾ, ਮਾੜੀ ਗੱਲ ਨਹੀਂ, ਕਵੀ ਜਨ ਲਿਖਦੇ ਨੇ, ਪਰ ਉਹਨੂੰ ਆਪਾਂ ਬਾਣੀ ਨਹੀਂ ਕਹਿ ਸਕਦੇ। ਧਿਆਨ ਦੇਣਾ, ਉਹ ਕਵੀਆਂ ਦੇ ਖਿਆਲ ਹੋ ਸਕਦੇ, ਆਪੋ ਆਪਣੇ ਖਿਆਲ ਆਪੋ ਆਪਣੇ ਢੰਗ ਨਾਲ ਲਿਖਦੇ, ਪਰ ਸਤਿਗੁਰਾਂ ਨੇ ਕਿਤੇ ਨਹੀਂ ਆਖਿਆ ਕਿ ਬਾਣੀ ਸਾਡਾ ਖਿਆਲ ਹੈ। ਜੇ ਭਾਈ ਲਾਲੋ ਪੁੱਛਦਾ ਮਹਾਰਾਜ ਇਹ ਕੀ ਕਹਿੰਦੇ ਪਏ ਜੇ, ਬਾਬਰ ਆਊਗਾ ਆ ਕੁਝ ਹੋਊਗਾ, ਮਹਾਰਾਜ ਕਹਿੰਦੇ ਭਾਈ ਲਾਲੋ ਮੈਂ ਨਹੀਂ ਕਹਿੰਦਾ। ਆਖਿਆ ਮਹਾਰਾਜ ਤੁਸੀਂ ਨਹੀਂ ਕਹਿੰਦੇ, ਕੌਣ ਕਹਿੰਦਾ ਹੈ? ਮਹਾਰਾਜ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਮੈਂ ਨਹੀਂ ਕਹਿੰਦਾ, ਜਿਵੇਂ ਮੈਨੂੰ ਖਸਮ ਵੱਲੋਂ ਮਾਲਕ ਵੱਲੋਂ ਹੁਕਮ ਹੋ ਰਿਹਾ ਉਹ ਕਹਿ ਰਿਹਾ, ਮੇਰੇ ਬੋਲ ਨਹੀਂਗੇ, ਮੇਰੇ ਖਿਆਲ ਨਹੀਂਗੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛੋ, ਮਹਾਰਾਜ ਕਹਿੰਦੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਮੇਰੀ ਨਹੀਂ, ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਮੈਂ ਤੇ ਬੋਲਣਾ ਵੀ ਨਹੀਂ ਜਾਣਦਾ। ਮਹਾਰਾਜ ਕਹਿੰਦੇ ਇਹ ਕਵਿਤਾ ਨਹੀਂ, ਇਹ ਕਿਸੇ ਕਵੀ ਦੀ ਕਲਪਨਾ ਨਹੀਂ ਗੀ। ਮਹਾਰਾਜ ਕਹਿੰਦੇ ਰੰਗ ਰੰਗੀ ਕਰਤਾਰੀ ਰੇ, ਇਹ ਕਰਤਾਰ ਦੇ ਰੰਗ ਵਿੱਚ ਰੰਗੀ ਹੋਈ ਗੁਰੂ ਕੀ ਬਾਣੀ ਹੈ। ਖਿਨ ਰਮ, ਛਿਣ ਸਮਾਂ ਵੀ, ਥੋੜਾ ਸਮਾਂ ਵੀ ਕੋਈ ਰਮ ਦਾ ਅਰਥ ਉਚਾਰਨ ਕਰਨਾ ਪੜ੍ਹਨਾ, ਥੋੜਾ ਸਮਾਂ ਵੀ ਕੋਈ ਇਸ ਬਾਣੀ ਨੂੰ ਪੜ੍ਹੇ। ਗੁਰ ਗਮ, ਗਮ ਦਾ ਅਰਥ ਪਹੁੰਚ, ਉਹਦੀ ਗੁਰੂ ਤੱਕ ਪਹੁੰਚ ਬਣਦੀ ਹੈ। ਹਰ ਦਮ, ਜਿਹੜਾ ਹਰ ਵਕਤ ਪੜ੍ਹੇ। ਨਹਿ ਜਮ, ਉਹਨੂੰ ਜਮਾਂ ਦੀ ਮਾਰ ਨਹੀਂ ਪੈਂਦੀ। ਹਰ ਕੰਠ ਨਾਨਕ ਉਰਹਾਰੀ ਰੇ, ਮਹਾਰਾਜ ਕਹਿੰਦੇ ਅਸੀਂ ਤਾਂ ਇਹਨੂੰ ਆਪਣੇ ਗਲੇ ਦਾ ਹਾਰ ਬਣਾਇਆ, ਹਿਰਦੇ ਦਾ ਹਾਰ ਬਣਾ ਕਰਕੇ ਰੱਖਿਆ। ਗੱਜ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਮਾਂ ਮੇਰਾ ਸਮਾਪਤ ਹੈ, ਇੱਕ ਸ਼ਬਦ ਰਹਿੰਦਾ, ਮੈਂ 1 ਮਿੰਟ ਦੀ ਸਮਾਪਤੀ ਕਰ ਦੇਣੀ, ਧਿਆਨ ਦੇਣਾ। ਮੈਂ ਪਹਿਲਾਂ ਹੀ ਖਿਮਾ ਮੰਗ ਲਵਾਂ। ਮਹਾਰਾਜ ਬਚਨ ਕਰਦੇ ਨੇ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਇਹ ਵੀ ਬਾਣੀ ਦੀ ਮਹਿਮਾ ਵਿੱਚ, ਜੇ ਤੁਹਾਡੇ ਬਚਨ, ਤੁਹਾਡੀ ਬਾਣੀ ਜਿਹੜੀ ਜਿਨ੍ਹਾਂ ਵਿੱਚ ਕੋਈ ਗੁਣ ਨਾ ਹੋਵੇ ਉਹਨਾਂ ਨੂੰ ਵੀ ਤਾਰ ਦਿੰਦੀ ਹੈ। ਰਹਾਓ, ਅਗਲਾ ਬਚਨ ਹੈ, ਦੁਸ਼ਟ ਅਪਵਾਦੀ ਮਹਾ ਅਪਵਾਦੀ, ਦੁਸ਼ਟ ਵਿਖਾਦੀ ਮਹਾ ਅਪਵਾਦੀ ਤੇ ਪੁਨੀਤ ਸੰਗਾਰੇ। ਜਿਹੜੇ ਦੁਸ਼ਟ ਸੀ, ਮੰਦੇ ਸੁਭਾਅ ਵਾਲੇ, ਝਗੜਾ ਕਰਨ ਵਾਲੇ, ਮੰਦਾ ਬੋਲਣ ਵਾਲੇ, ਉਹ ਵੀ ਗੁਰਬਾਣੀ ਨਾਲ ਜੁੜ ਕਰਕੇ ਪਵਿੱਤਰ ਬਣ ਗਏ। ਉਹਨਾਂ ਤੇ ਵੀ ਕਿਰਪਾ ਹੋ ਗਈ। ਜਨਮ ਭਵਨ ਤੇ ਨਰਕ ਪੜਨ ਤੇ ਜਿਹੜੇ ਜੂਨਾਂ ਵਿੱਚ ਭਟਕਣ ਵਾਲੇ ਸੀ, ਨਰਕਾਂ 'ਚ ਪੈਣ ਵਾਲੇ ਸੀ, ਤਿੰਨ ਕੇ ਕੁੱਲ ਉਧਾਰੇ, ਉਹਨਾਂ ਦੀਆਂ ਕੁੱਲਾਂ ਇਸ ਬਾਣੀ ਨੇ ਤਾਰ ਦੇਣਾ ਕੀਤੀਆਂ। ਕੋਈ ਨਾ ਜਾਣੈ ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ, ਕੋਈ ਨਾ ਮੰਨੈ ਕੋਈ ਨਹੀਂ ਸੀ ਮੰਨਦਾ, ਤੇ ਸੇ ਪ੍ਰਗਟ ਹਰ ਦੁਆਰਾ, ਕਹਿੰਦੇ ਉਹ ਹਰ ਥਾਂ ਤੇ ਪ੍ਰਗਟ ਹੋ ਗਏ। ਸਾਰੀ ਦੁਨੀਆ ਵਿੱਚ ਉਹਨਾਂ ਦਾ ਜਸ ਹੋਣ ਲੱਗ ਪਿਆ। ਭਗਤ ਭਗਤ ਜਗ ਵੱਜਿਆ, ਚਹੁ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਡਾ ਰਾਹ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ। ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਜਿਸ ਭਗਤ ਰਵਿਦਾਸ ਨੂੰ ਕੋਈ ਜਾਣਦਾ ਨਹੀਂ, ਉਹ ਦੁਨੀਆ ਵਿੱਚ ਭਗਤ ਭਗਤ ਕਰਕੇ ਜਾਣਿਆ। ਇਹ ਬਾਣੀ ਦੀ ਕਿਰਪਾ ਹੈ। ਕੋਈ ਨਾ ਜਾਣੈ ਕੋਈ ਨਾ ਮਾਨੈ, ਸੇ ਪ੍ਰਗਟ ਹਰ ਦੁਆਰਾ, ਕਵਣ ਉਪਮਾ ਦੇਉ ਕਵਣ ਵਡਾਈ, ਨਾਨਕ ਖਿਨ ਖਿਨ ਵਾਰ। ਬਾਰੇ ਕਹਿੰਦੇ ਕਿਹੜੀ ਉਪਮਾ ਕਰਾਂ, ਕਿਹੜੀ ਵਡਿਆਈ ਦੇਵਾਂ ਬਾਣੀ ਦੀ, ਮੈਂ ਤੇ ਬਲਿਹਾਰ ਜਾਣਾ। ਇਸ ਬਾਣੀ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਇਹ 2 ਗੁਣ ਜਿਹੜੇ ਸਿੱਖ ਵਿੱਚ ਆ ਜਾਣਗੇ, ਉਹਦੇ ਤੇ ਗੁਰੂ ਦੀ ਕਿਰਪਾ ਹੋਵੇਗੀ। ਇੱਕ ਨਾਮ ਸਿਮਰਨ ਤੇ ਇੱਕ ਗੁਰਮੁਖੋਂ ਬਾਣੀ। ਬਾਣੀ ਤੇ ਨਾਮ ਸਿਮਰਨ ਨਾਲ ਜੁੜ ਗਏ, ਉਦੋਂ ਹੀ ਸਾਡੇ ਤੇ ਕਿਰਪਾ ਹੋਵੇਗੀ। ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਅੱਗੇ ਜਾਵਾਂ, ਬਚਨ ਬਹੁਤ ਨੇ, ਪਰ ਸਮੇਂ ਨਾਲ ਹੀ ਸਾਨੂੰ ਰੁਕਣਾ ਪੈਂਦਾ ਹੈ। ਅਖੀਰ ਵਿੱਚ ਬਚਨ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਹਰ ਸਾਲ ਇਹ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਮਨਾਉਣੇ ਆ। ਇਹ ਮੇਲਾ ਮਨਾਇਆ ਹੋਇਆ ਸਾਡਾ ਤਾਂ ਸਫਲਾ ਹੈ ਕਿ ਜਿਹੜੇ ਨੌਜਵਾਨ ਵੀਰ ਜਾਂ ਭੈਣਾਂ ਕੇਸਾਂ ਦੀ ਬੇਅਦਬੀ ਕਰਦੇ ਨੇ, ਉਹ ਅੱਜ ਤੋਂ ਪਰਨ ਕਰਕੇ ਜਾਈਏ ਵੀ ਅੱਜ ਤੋਂ ਬਾਅਦ ਅਸੀਂ ਇਹ ਬੇਅਦਬੀ ਨਹੀਂ ਕਰਾਂਗੇ। ਜਿਹੜੇ ਨਸ਼ੇ ਕਰਦੇ ਨੇ ਉਹ ਨਸ਼ੇ ਛੱਡਣ। ਜਿਨ੍ਹਾਂ ਨੇ ਅਜੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਅੰਮ੍ਰਿਤ ਛਕ ਕਰਕੇ ਸਿੰਘ ਸਜੋ। ਮੜੀਆਂ ਮਸਾਣਾ ਦੰਬੀਆਂ ਪਖੰਡੀਆਂ, ਕਬਰਾਂ ਦਾ ਖਹਿੜਾ ਛੱਡੋ ਤੇ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋਗੇ ਤਾਂ ਸਾਡਾ ਜੀਵਨ ਸਫਲਾ ਹੋਵੇਗਾ। ਕੱਲ ਨੂੰ ਇਸ ਪਾਵਨ ਅਸਥਾਨ ਤੇ 5 ਪਿਆਰੇ ਸਾਹਿਬਾਨ ਪਹੁੰਚ ਰਹੇ ਨੇ, ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਕਾਫੀ ਸੰਗਤਾਂ ਦੇ ਨਾਂ ਸਾਡੇ ਕੋਲ ਆ ਚੁੱਕੇ ਨੇ। ਹੋਰਨਾਂ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਤਿਆਰੀ ਕਰੋ, ਆਪਣੇ ਨਾਮ ਸੇਵਾਦਾਰਾਂ ਨੂੰ ਲਿਖਵਾਓ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ, ਨਗੁਰੇ ਪੁਣੇ ਦੀ ਜੂਠ ਲਾ ਕਰਕੇ ਗੁਰੂ ਵਾਲ ਬਣ ਕਰਕੇ ਜੀਵਨ ਸਵਾਰੋ। ਕਿਉਂਕਿ ਸਤਿਗੁਰ ਬਾਝਹੁ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਫਿਰ ਸਾਡਾ ਇਹ ਮੇਲਾ ਮਨਾਇਆ ਹੋਇਆ ਸਫਲਾ ਹੋਵੇਗਾ। ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਜਨਾਂ ਦਾ ਧੰਨਵਾਦ, ਗੁਰੂ ਕੇ ਵਜ਼ੀਰਾਂ ਦਾ ਧੰਨਵਾਦ।
ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਭੁੱਲਾਂ ਦੀ ਖਿਮਾ ਬਖਸ਼ਿਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।